ਅੱਜ ਦੇ ਸਾਡੇ ਵਿਚਾਰ ਦਾ ਵਿਸ਼ਾ ਪ੍ਰਸਿੱਧ ਪੰਜਾਬੀ ਸੂਫੀ ਕਵੀ ਬੁੱਲੇ ਸ਼ਾਹ ਦੀਆਂ ਕਾਫੀਆਂ ਬਾਰੇ ਚਰਚਾ ਕਰਨੀ ਹੈ। ਲਗਭਗ 30 ਮਿੰਟ ਦੇ ਇਸ ਲੈਕਚਰ ਵਿੱਚ ਆਪਾਂ ਸਾਰੇ ਬੁੱਲੇ ਸ਼ਾਹ ਦੀਆਂ 3 ਕਾਫੀਆਂ ਮਾਟੀ ਕੁਦਮ ਕਰੇਂਦੀ ਯਾਰ, ਇੱਕ ਅਲਫ ਪੜੋ ਛੁਟਕਾਰਾ ਹੈ ਅਤੇ ਤੌਬਾ ਨਾ ਕਰ ਯਾਰ ਦੀ ਪ੍ਰਸੰਗ ਸਹਿਤ ਵਿਆਖਿਆ ਬੜੇ ਹੀ ਸਰਲ ਢੰਗ ਨਾਲ ਕਰਨ ਦਾ ਯਤਨ ਕਰਾਂਗੇ। ਸੰਖੇਪਤਾ ਦੀ ਯੁਕਤ ਨੂੰ ਵਰਤਦੇ ਹੋਏ ਸਭ ਤੋਂ ਪਹਿਲਾਂ ਅਸੀਂ ਇਹ ਜਾਣਾਂਗੇ ਕਿ ਪੰਜਾਬੀ ਵਿੱਚ ਸੂਫੀ ਕਾਵਧਾਰਾ ਦਾ ਆਰੰਭ 12ਵੀਂ ਸਦੀ ਵਿੱਚ ਬਾਬਾ ਫਰੀਦ ਦੀ ਰਚਨਾ ਨਾਲ ਹੁੰਦਾ ਹੈ ਅਤੇ ਬਾਅਦ ਵਿੱਚ ਇਹ ਧਾਰਾ 20ਵੀਂ ਸਦੀ ਤੱਕ ਪਹੁੰਚਦੀ ਹੈ। ਸੂਫੀ ਲੋਕ ਆਤਮਾ ਤੇ ਪਰਮਾਤਮਾ ਦੀ ਅਭਿੰਨਤਾ ਨੂੰ ਮੰਨਦੇ ਹੋਏ ਪ੍ਰੇਮ ਰਾਹੀਂ ਪ੍ਰਭੂ ਪ੍ਰਾਪਤੀ ਕਰਨ ਤੇ ਵਿਸ਼ਵਾਸ ਰੱਖਦੇ ਹਨ। ਸੂਫੀ ਸ਼ਬਦ ਦੀ ਉਤਪਤੀ ਸੂਫ ਤੋਂ ਮੰਨੀ ਜਾਂਦੀ ਹੈ, ਭਾਵ ਸੂਫ ਦੇ ਕੱਪੜੇ ਪਾਉਣ ਵਾਲਿਆਂ ਨੂੰ ਸੂਫੀ ਕਿਹਾ ਜਾਂਦਾ ਹੈ। ਕਿਉਂਕਿ ਬੁੱਲੇ ਸ਼ਾਹ ਨੇ ਕਾਫੀ ਕਾਵਿ ਰੂਪ ਵਿੱਚ ਰਚਨਾ ਕੀਤੀ ਹੈ, ਇਸ ਲਈ ਸਾਡੇ ਲਈ ਇਹ ਬੜਾ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਕਾਫੀ ਕਾਵਿ ਰੂਪ ਨੂੰ ਸਮਝੀਏ। ਅਸਲ ਵਿੱਚ ਕਾਫੀ ਸ਼ਬਦ ਉਹ ਅਰਬੀ ਭਾਸ਼ਾ ਵਿੱਚ ਉਸ ਦਾ ਅਰਥ ਹੈ ਪਿੱਛੇ ਚੱਲਣ ਵਾਲਾ, ਅਨੁਚਰ, ਜਿਸ ਦੇ ਪਿੱਛੇ ਗਾਉਂਦੇ ਸਮੇਂ ਹੋਰ ਤੁਕਾਂ ਨੂੰ ਜੋੜਿਆ ਜਾ ਸਕਦਾ ਹੋਵੇ। ਬੁੱਲੇ ਸ਼ਾਹ ਦੀ ਜਦੋਂ ਸ਼ਾਇਰੀ ਦੀ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਬਿਨਾਂ ਕਿਸੇ ਸ਼ੱਕ ਦੇ ਇਹ ਕਹਿ ਸਕਦੇ ਹਾਂ ਕਿ ਬੁੱਲੇ ਸ਼ਾਹ ਆਪਣੀ ਸਦੀ ਦਾ ਸਭ ਤੋਂ ਮਸ਼ਹੂਰ ਸ਼ਾਇਰ ਹੈ। ਇਸੇ ਕਰਕੇ ਉਸਦੇ ਕਲਾਮ ਦੇ ਸਾਨੂੰ ਕਈ ਵਰਜ਼ਨ ਮਿਲਦੇ ਹਨ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਰਲਾਅ ਵੀ ਦੇਖਣ ਨੂੰ ਮਿਲਦਾ ਹੈ, ਕਿਉਂਕਿ ਦੂਜਿਆਂ ਨੇ ਬੁੱਲੇ ਸ਼ਾਹ ਦੀਆਂ ਕਾਫੀਆਂ ਨੂੰ ਆਪਣੀ ਤਰਜ਼ ਵਿੱਚ ਢਾਲਿਆ ਹੈ। ਦੂਜਾ ਪੱਖ ਜੋ ਮੈਨੂੰ ਦਿਸਦਾ ਹੈ ਉਹ ਇਹ ਹੈ ਕਿ ਬੁੱਲੇ ਸ਼ਾਹ ਨੇ ਆਮ ਲੋਕਾਂ ਦੀ ਨਬਜ਼ ਨੂੰ ਖੂਬ ਪਹਿਚਾਣਿਆ ਅਤੇ ਲਿਖਿਆ ਹੈ, ਇਸ ਕਰਕੇ ਉਹ ਸਧਾਰਨ ਲੋਕਾਂ ਦਾ ਨੁਮਾਇੰਦਾ ਸ਼ਾਇਰ ਬਣਿਆ। ਇੱਕ ਹੋਰ ਖਾਸੀਅਤ ਜੋ ਬੁੱਲੇ ਸ਼ਾਹ ਦੇ ਕਲਾਮ ਵਿੱਚ ਸਾਨੂੰ ਦਿਸਦੀ ਹੈ ਉਹ ਇਹ ਹੈ ਕਿ ਬੁੱਲੇ ਸ਼ਾਹ ਕਿਸੇ ਕਿਸਮ ਦੀ ਸਾਜੋ ਸਜਾਵਟ ਅਤੇ ਬੰਦਸ਼ਾਂ ਦੀ ਥਾਵੇਂ ਆਜ਼ਾਦੀ ਅਤੇ ਖੁੱਲ੍ਹ ਨੂੰ ਬੜੀ ਸਾਦਗੀ ਅਤੇ ਸਰਲਤਾ ਨਾਲ ਆਪਣੀ ਸ਼ਾਇਰੀ ਵਿੱਚ ਪੇਸ਼ ਕਰਦਾ ਹੈ, ਜਿਸ ਕਰਕੇ ਉਹ ਇੱਕ ਵੱਡਾ ਸ਼ਾਇਰ ਵੀ ਬਣਦਾ ਹੈ। ਜਦੋਂ ਅਸੀਂ ਬੁੱਲੇ ਸ਼ਾਹ ਦੀਆਂ ਜਿਹੜੀਆਂ ਕਾਫੀਆਂ ਹੈ ਜਿਨ੍ਹਾਂ ਬਾਰੇ ਅਸੀਂ ਚਰਚਾ ਕਰਨੀ ਹੈ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਪਹਿਲੀ ਕਾਫੀ ਹੈ ਮਾਟੀ ਕੁਦਮ ਕਰੇਂਦੀ ਯਾਰ। ਇਸ ਕਾਫੀ ਦੀ ਅਸੀਂ ਨੇ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ। ਤਾਂ ਇਸ ਕਾਫੀ ਦੀ ਪਹਿਲੀ ਸਤਰ ਹੈ, ਮਾਟੀ ਕੁਦਮ ਕਰੇਂਦੀ ਯਾਰ, ਵਾਹ ਵਾਹ ਮਾਟੀ ਦੀ ਗੁਲਜ਼ਾਰ, ਮਾਟੀ ਘੋੜਾ ਮਾਟੀ ਜੋੜਾ, ਮਾਟੀ ਦਾ ਅਸਵਾਰ, ਮਾਟੀ ਮਾਟੀ ਨੂੰ ਦੌੜਾਵੇ ਮਾਟੀ ਦਾ ਖੜਕਾਰ, ਮਾਟੀ ਮਾਟੀ ਨੂੰ ਮਾਰਨ ਲੱਗੀ ਮਾਟੀ ਦੇ ਹਥਿਆਰ, ਜਿਸ ਮਾਟੀ ਪਰ ਬਹੁਤੀ ਮਾਟੀ ਤਿਸ ਮਾਟੀ ਹੰਕਾਰ। ਹੁਣ ਅਸੀਂ ਇਹਨਾਂ ਸਤਰਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ ਤਾਂ ਇਸ ਲਈ ਸਾਨੂੰ ਸਭ ਤੋਂ ਪਹਿਲਾਂ ਪ੍ਰਸੰਗ ਲਿਖਣਾ ਪਵੇਗਾ ਤੇ ਬੜੇ ਹੀ ਸੌਖੇ ਸ਼ਬਦਾਂ ਵਿੱਚ ਅਸੀਂ ਲਿਖ ਸਕਦੇ ਹਾਂ ਕਿ ਇਹ ਕਾਵਿਬੰਧ ਪ੍ਰਸਿੱਧ ਸੂਫੀ ਕਵੀ, ਪ੍ਰਸਿੱਧ ਪੰਜਾਬੀ ਸੂਫੀ ਕਵੀ ਬੁੱਲੇ ਸ਼ਾਹ ਦੀ ਕਾਫੀ ਮਾਟੀ ਕੁਦਮ ਕਰੇਂਦੀ ਯਾਰ ਵਿੱਚੋਂ ਲਿਆ ਗਿਆ ਹੈ। ਇਸ ਸਾਰੀ ਕਾਫੀ ਵਿੱਚ ਬੁੱਲੇ ਸ਼ਾਹ ਨੇ ਸੰਸਾਰ ਦੀ ਨਾਸ਼ਮਾਨਤਾ ਨੂੰ ਬਿਆਨ ਕੀਤਾ ਹੈ ਅਤੇ ਸੰਸਾਰਿਕ ਵਸਤਾਂ ਦੇ ਮੋਹ ਨੂੰ ਛੱਡ ਕੇ ਪਰਮਾਤਮਾ ਨਾਲ ਲਿਵ ਲਾਉਣ ਉੱਤੇ ਜ਼ੋਰ ਦਿੱਤਾ ਹੈ। ਇਹਨਾਂ ਕਾਵਿ ਸਤਰਾਂ ਦੀ ਵਿਆਖਿਆ ਵੀ ਅਸੀਂ ਬਹੁਤ ਹੀ ਸੌਖੇ ਢੰਗ ਨਾਲ ਕਰ ਸਕਦੇ ਹਾਂ। ਅਸੀਂ ਪਹਿਲੀ ਲਾਈਨ ਜੋ ਪਹਿਲੀ ਸਤਰ ਲਿਖਣੀ ਹੈ ਉਹ ਇਸ ਤਰ੍ਹਾਂ ਲਿਖ ਸਕਦੇ ਹਾਂ ਕਿ ਬੁੱਲੇ ਸ਼ਾਹ ਮਨੁੱਖ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਹੇ ਮਨੁੱਖ, ਸਾਰੇ ਸੰਸਾਰ ਵਿੱਚ ਚਾਰੇ ਪਾਸੇ ਮਿੱਟੀ ਦੀ ਹੀ ਪ੍ਰਧਾਨਤਾ ਹੈ ਅਤੇ ਜਿੱਥੇ ਤੱਕ ਵੀ ਨਜ਼ਰ ਜਾਂਦੀ ਹੈ ਉੱਥੇ ਤੱਕ ਮਿੱਟੀ ਦਾ ਹੀ ਪਸਾਰਾ ਹੈ। ਮੁੱਕਦੀ ਗੱਲ ਇਹ ਹੈ ਕਿ ਮਿੱਟੀ ਨਾਲ ਹੀ ਇਸ ਪੂਰੀ ਦੁਨੀਆ ਵਿੱਚ ਰੌਣਕ ਹੈ। ਮਾਟੀ ਤੋਂ ਇੱਥੇ ਭਾਵ ਮਿੱਟੀ ਤੋਂ ਹੈ। ਕਿੰਨੀ ਅਜੀਬ ਗੱਲ ਹੈ ਕਿ ਮਿੱਟੀ ਦਾ ਹੀ ਘੋੜਾ ਹੈ, ਮਿੱਟੀ ਦੇ ਹੀ ਕੱਪੜੇ ਹਨ ਤੇ ਮਿੱਟੀ ਦਾ ਹੀ ਸ਼ਾਹ ਸਵਾਰ ਹੈ। ਮਾਟੀ ਮਾਟੀ ਨੂੰ ਦੌੜਾਵੇ ਮਾਟੀ ਦਾ ਖੜਕਾਰ। ਮਿੱਟੀ ਤੋਂ ਬਣਿਆ ਹੋਇਆ ਬੰਦਾ ਮਿੱਟੀ ਤੋਂ ਬਣੀਆਂ ਹੋਈਆਂ ਚੀਜ਼ਾਂ ਨੂੰ ਹਾਸਲ ਕਰਨ ਵਾਸਤੇ ਦੌੜਦਾ ਰਹਿੰਦਾ ਹੈ
ਅਤੇ ਇਸ ਨਾਲ ਹੀ ਪੂਰੀ ਦੁਨੀਆ ਵਿੱਚ ਜਾਂ ਪੂਰੇ ਸੰਸਾਰ ਵਿੱਚ ਖੜਕਾ ਜਾਂ ਆਵਾਜ਼ ਪੈਦਾ ਹੁੰਦੀ ਹੈ। ਖੜਕਾਰ ਤੋਂ ਇੱਥੇ ਭਾਵ ਖੜਕਾ ਜਾਂ ਆਵਾਜ਼ ਤੋਂ ਹੈ। ਮਾਟੀ ਮਾਟੀ ਨੂੰ ਮਾਰਨ ਲੱਗੀ ਮਾਟੀ ਦੇ ਹਥਿਆਰ, ਜਿਸ ਮਾਟੀ ਪਰ ਬਹੁਤੀ ਮਾਟੀ ਤਿਸ ਮਾਟੀ ਹੰਕਾਰ। ਇਹ ਵੀ ਸਥਿਤੀ ਦੀ ਵਿਡੰਬਨਾ ਹੀ ਹੈ ਕਿ ਮਿੱਟੀ ਤੋਂ ਬਣਿਆ ਹੋਇਆ ਬੰਦਾ ਮਿੱਟੀ ਤੋਂ ਬਣੇ ਹੋਏ ਹਥਿਆਰਾਂ ਦੇ ਨਾਲ ਮਿੱਟੀ ਤੋਂ ਬਣੇ ਹੋਏ ਦੂਜੇ ਬੰਦਿਆਂ ਨੂੰ ਮਾਰਦਾ ਤਾਂ ਜੋ ਉਹ ਸੰਸਾਰਕ ਵਸਤਾਂ ਇਕੱਠੀਆਂ ਕਰ ਸਕੇ ਅਤੇ ਆਪਣੇ ਹਉਮੈ ਨੂੰ ਸੰਤੁਸ਼ਟ ਕਰ ਸਕੇ। ਜਿਸ ਮਾਟੀ ਪਰ ਬਹੁਤੀ ਮਾਟੀ ਤਿਸ ਮਾਟੀ ਹੰਕਾਰ। ਹੁਣ ਇਹ ਬਹੁਤ ਡੂੰਘੀ ਗੱਲ ਨੂੰ ਬੁੱਲੇ ਸ਼ਾਹ ਨੇ ਬਹੁਤ ਹੀ ਸੌਖੇ ਸ਼ਬਦਾਂ ਵਿੱਚ ਕਹਿ ਦਿੱਤਾ, ਜਿਨ੍ਹਾਂ ਨੂੰ ਸਮਝਣਾ ਸਾਡੇ ਲਈ ਬੜਾ ਜ਼ਰੂਰੀ ਹੋ ਜਾਂਦਾ। ਬੁੱਲੇ ਸ਼ਾਹ ਕਹਿੰਦੇ ਹਨ ਕਿ ਜਿਸ ਬੰਦੇ ਕੋਲ ਦੌਲਤ ਰੂਪੀ ਮਿੱਟੀ ਕੁਝ ਜ਼ਿਆਦਾ ਹੋ ਜਾਂਦੀ ਹੈ, ਉਸ ਵਿੱਚ ਆਪਣੇ ਆਪ ਹੀ ਸਹਿਜ ਸੁਭਾਅ ਹੀ ਹੰਕਾਰ ਪੈਦਾ ਹੋ ਜਾਂਦਾ ਹੈ। ਅਗਲੀ ਸਲਾਈਡ ਵਿੱਚ ਔਖੇ ਸ਼ਬਦਾਂ ਦੇ ਸੌਖੇ ਅਰਥ ਦਿੱਤੇ ਗਏ ਹਨ। ਜਿਸ ਤਰ੍ਹਾਂ ਮਾਟੀ ਦਾ ਭਾਵ ਮਿੱਟੀ ਹੈ, ਕੁਦਮ ਕਰੇਂਦੀ ਦਾ ਭਾਵ ਕੁੱਦਦੀ ਹੈ, ਗੁਲਜ਼ਾਰ ਦਾ ਭਾਵ ਖੇੜਾ ਹੈ। ਇਸੇ ਤਰੀਕੇ ਨਾਲ ਤੁਸੀਂ ਇਹ ਸਾਰੇ ਸ਼ਬਦਾਂ ਨੂੰ ਪੜ੍ਹ ਸਕਦੇ ਹੋ ਅਤੇ ਇਸ ਕਾਫੀ ਸੰਬੰਧੀ ਜਿਹੜਾ ਆਪਣਾ ਗਿਆਨ ਆ ਉਹਨੂੰ ਹੋਰ ਵੀ ਗੂੜਾ ਕਰ ਸਕਦੇ ਹੋ। ਅਗਲੀ ਸਲਾਈਡ ਵਿੱਚ ਅਸੀਂ ਮਾਟੀ ਕੁਦਮ ਕਰੇਂਦੀ ਯਾਰ ਦੇ ਅਖੀਰਲੇ ਅਤੇ ਦੂਜੇ ਕਾਵਿ-ਬੰਧ ਨੂੰ ਪੜ੍ਹਾਂਗੇ, ਜੋ ਕੁਝ ਇਸ ਤਰ੍ਹਾਂ ਹੈ। ਮਾਟੀ ਬਾਗ ਬਗੀਚਾ ਮਾਟੀ, ਮਾਟੀ ਦੀ ਗੁਲਜ਼ਾਰ, ਮਾਟੀ ਮਾਟੀ ਨੂੰ ਦੇਖਣ ਆਈ ਮਾਟੀ ਦੀ ਬਹਾਰ। ਹੱਸ ਖੇਡ ਫਿਰ ਮਾਟੀ ਹੋਵੇ ਪੈਂਦੀ ਪਾਓ ਪਸਾਰ। ਬੁੱਲਾ ਸ਼ਾਹ ਬੁਝਾਰਤ ਬੁੱਝੇ ਲਾ ਸਿਰ ਭੂਏ ਪਾਰ। ਪ੍ਰਸੰਗ ਅਸੀਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ, ਹੁਣ ਅਸੀਂ ਇਸ ਦੀ ਵਿਆਖਿਆ ਲਿਖਾਂਗੇ ਕਿ ਬੁੱਲੇ ਸ਼ਾਹ ਕਹਿੰਦੇ ਹਨ ਕਿ ਹੇ ਮਨੁੱਖ, ਤੈਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਦੁਨੀਆ ਵਿੱਚ ਸਾਰੇ ਜਿਹੜੇ ਬਾਗ ਬਗੀਚੇ ਨੇ ਉਹ ਮਿੱਟੀ ਤੋਂ ਬਣੇ ਹੋਏ ਨੇ। ਬਾਗ ਬਗੀਚਿਆਂ ਦੇ ਨਾਲ ਮਹਿਲ ਮਾੜੀਆਂ ਨੇ ਜਿਹੜੀਆਂ ਉਹ ਵੀ ਮਿੱਟੀ ਤੋਂ ਬਣੀਆਂ ਹੋਈਆਂ, ਜਿਨ੍ਹਾਂ ਕਰਕੇ ਪੂਰੀ ਦੁਨੀਆ ਵਿੱਚ ਗੁਲਜ਼ਾਰ ਭਾਵ ਖੇੜਾ ਰੌਣਕ ਦਿਖਾਈ ਦਿੰਦੀ ਹੈ। ਮਾਟੀ ਮਾਟੀ ਨੂੰ ਦੇਖਣ ਆਈ ਮਾਟੀ ਦੀ ਬਹਾਰ। ਅਸਲੀਅਤ ਤਾਂ ਇਹ ਹੈ ਕਿ ਮਿੱਟੀ ਦਾ ਬਣਿਆ ਹੋਇਆ ਮਨੁੱਖੀ ਸਰੀਰ ਸੰਸਾਰ ਵਿੱਚ ਖਿੜੀ ਹੋਈ ਬਹਾਰ ਨੂੰ ਦੇਖਣ ਆਇਆ ਹੈ। ਮਿੱਟੀ ਤੋਂ ਉਪਜਿਆ ਇਹ ਮਨੁੱਖੀ ਸਰੀਰ ਕੁਝ ਸਮਾਂ ਦੁਨੀਆ ਦੇ ਜਿਹੜੇ ਰੰਗ ਤਮਾਸ਼ੇ ਨੇ, ਕਿਉਂਕਿ ਹੱਸ ਖੇਡ ਫਿਰ ਮਾਟੀ ਹੋਵੇ, ਜਿਹੜੇ ਦੁਨੀਆ ਦੇ ਰੰਗ ਤਮਾਸ਼ੇ ਨੇ ਉਹਨਾਂ ਨੂੰ ਮਾਣਦਾ ਹੈ, ਹੱਸਦਾ ਹੈ, ਖੇਡਦਾ ਹੈ, ਫਿਰ ਆਪਣੀ ਔਧ ਪਗਾ ਕੇ ਆਪਣੀ ਉਮਰ ਪਗਾ ਕੇ ਜਾਂ ਆਪਣੀ ਉਮਰ ਲੰਘਾ ਕੇ ਉਹ ਇਸ ਦੁਨੀਆ ਤੋਂ ਅਖੀਰ ਵਿੱਚ ਚਲਾ ਜਾਂਦਾ ਹੈ, ਭਾਵ ਉਹ ਮਿੱਟੀ ਵਿੱਚ ਹੀ ਮਿਲ ਜਾਂਦਾ ਹੈ। ਪੈਂਦੀ ਪਾਓ ਪਸਾਰ, ਪੈਰਾਂ ਨੂੰ ਲੰਮੇ ਕਰਕੇ ਉਹ ਕਬਰ ਵਿੱਚ ਗੋਰ ਵਿੱਚ ਜਾ ਕੇ ਸੌਂ ਜਾਂਦਾ ਹੈ ਜਾਂ ਚਲਾ ਜਾਂਦਾ ਹੈ। ਜਿਸ ਤਰ੍ਹਾਂ ਵੀ ਤੁਹਾਨੂੰ ਸੌਖਾ ਲੱਗੇ ਤੁਸੀਂ ਸਮਝ ਸਕਦੇ ਹੋ, ਲਿਖ ਸਕਦੇ ਹੋ। ਆਵਾ ਗਾਉਣ ਦੇ ਚੱਕਰ ਤੋਂ ਬਚ ਜਾਂਦਾ ਹੈ। ਬੁੱਲਾ ਸ਼ਾਹ ਬੁਝਾਰਤ ਬੁੱਝੇ ਲਾ ਸਿਰ ਭੂਏ ਭਾਰ। ਇਹ ਬੜਾ ਹੀ ਦੁਬਾਰਾ ਉਹਨਾਂ ਨੇ ਬਹੁਤ ਹੀ ਡੂੰਘੀ ਗੱਲ ਨੂੰ ਬੜੇ ਹੀ ਸੌਖੇ ਸ਼ਬਦਾਂ ਵਿੱਚ ਕਿਹਾ ਕਿ ਬੁੱਲਾ ਸ਼ਾਹ ਬੁਝਾਰਤ ਬੁੱਝੇ ਲਾ ਸਿਰ ਭੂਏ ਭਾਰ। ਜਿਹੜਾ ਬੰਦਾ ਇਸ ਭੇਦ ਨੂੰ ਸਮਝ ਲੈਂਦਾ ਹੈ, ਇਸ ਡੂੰਘੀ ਗੱਲ ਨੂੰ ਸਮਝ ਲੈਂਦਾ ਹੈ, ਉਹ ਫਿਰ ਆਵਾਗਮਨ ਜਾਂ ਆਵਾਗਾਉਣ ਦੇ ਚੱਕਰ ਤੋਂ ਬਚ ਜਾਂਦਾ ਹੈ ਅਤੇ ਉਸਨੂੰ ਇਸ ਗੱਲ ਦੀ ਸੋਝੀ ਹੋ ਜਾਂਦੀ ਹੈ ਕਿ ਜਿਹੜੇ ਸੰਸਾਰਕ ਪਦਾਰਥ ਨੇ ਇਹ ਸਾਰੇ ਮਿੱਟੀ ਨੇ ਅਤੇ ਇਸ ਮਿੱਟੀ ਨੂੰ ਬੰਦੇ ਨੂੰ ਆਪਣੇ ਜਿਹੜਾ ਸਿਰ ਆ ਉਸ ਤੋਂ ਜਿਹੜਾ ਭਾਰ ਹੈ ਜਿਹੜਾ ਇਹ ਸਾਰਾ ਲਾਉਣਾ ਚਾਹੀਦਾ, ਅਤੇ ਜਦੋਂ ਇਹ ਭਾਰ ਲਾ ਦਿੰਦਾ ਬੰਦਾ ਤਾਂ ਫਿਰ ਉਹ ਪਰਮਾਤਮਾ ਨਾਲ ਪ੍ਰੇਮ ਕਰਨ ਲੱਗ ਜਾਂਦਾ ਹੈ। ਅਗਲੀ ਸਲਾਈਡ ਵਿੱਚ ਦੁਬਾਰਾ ਤੋਂ ਔਖੇ ਸ਼ਬਦਾਂ ਦੇ ਸੌਖੇ ਅਰਥ ਦਿੱਤੇ ਗਏ ਹਨ। ਹੁਣ ਆਪਾਂ ਆਪਣੀ ਅਗਲੀ ਕਾਫੀ ਇੱਕ ਅਲਫ ਪੜ੍ਹੋ ਛੁਟਕਾਰਾ ਹੈ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ, ਜਿਸ ਦਾ ਪਹਿਲਾ ਕਾਵਿ-ਬੰਧ ਹੈ। ਇੱਕ ਅਲਫ ਪੜ੍ਹੋ ਛੁਟਕਾਰਾ ਹੈ, ਇਸ ਅਲਫੋ 2 3 4 ਹੋਏ, ਫਿਰ ਲੱਖ ਕਰੋੜ ਹਜ਼ਾਰ ਹੋਏ, ਫਿਰ ਉੱਥੋਂ ਬੇਸ਼ੁਮਾਰ ਹੋਏ, ਇੱਕ ਅਲਫ ਦਾ ਨੁਕਤਾ ਨਿਆਰਾ ਹੈ। ਇਸ ਦੀ ਪ੍ਰਸੰਗ ਸਹਿਤ ਵਿਆਖਿਆ ਅਸੀਂ ਕਿਸ ਤਰ੍ਹਾਂ ਲਿਖਾਂਗੇ? ਸਭ ਤੋਂ ਪਹਿਲਾਂ ਤਾਂ ਪ੍ਰਸੰਗ ਹੀ ਲਿਖਾਂਗੇ। ਪ੍ਰਸੰਗ ਵਿੱਚ ਅਸੀਂ ਲਿਖਾਂਗੇ ਕਿ ਇਹ ਕਾਵਿ-ਬੰਧ ਬੁੱਲੇ ਸ਼ਾਹ ਦੀ ਪ੍ਰਸਿੱਧ ਕਾਫੀ ਇੱਕ ਅਲਫ ਪੜ੍ਹੋ ਛੁਟਕਾਰਾ ਵਿੱਚੋਂ ਲਿਆ ਗਿਆ ਹੈ, ਜਿਸ ਵਿੱਚ
ਬੁੱਲੇ ਸ਼ਾਹ ਅੱਲਾ ਦੀ ਬੰਦਗੀ ਕਰਨ ਤੇ ਜ਼ੋਰ ਦਿੰਦੇ ਨੇ ਤੇ ਹਰ ਬੰਦੇ ਨੂੰ ਪ੍ਰੇਰਿਤ ਕਰਦੇ ਨੇ ਕਿ ਉਹ ਪਰਮਾਤਮਾ ਦੀ ਬੰਦਗੀ ਕਰੇ, ਜਿਹੜੇ ਵਾਧੂ ਦੇ ਕਰਮ ਕਾਂਡ ਨੇ ਉਹਨਾਂ ਨੂੰ ਛੱਡ ਦੇਵੇ। ਕੀ ਕਹਿੰਦੇ ਨੇ, ਅਲਫ ਪੜੋ ਛੁਟਕਾਰਾ ਹੈ, ਇਸ ਅਲਫੋ 2 3 4 ਹੋਏ, ਫਿਰ ਲੱਖ ਕਰੋੜ ਹਜ਼ਾਰ ਹੋਏ, ਫਿਰ ਉੱਥੋਂ ਬੇਸ਼ੁਮਾਰ ਹੋਏ, ਇੱਕ ਅਲਫ ਦਾ ਨੁਕਤਾ ਨਿਆਰਾ ਹੈ। ਹੇ ਮਨੁੱਖ, ਹਾਂ ਅਲਫ ਤੋਂ ਭਾਵ ਇੱਥੇ ਅੱਖਰ ਤੋਂ ਵੀ ਹੈ ਤੇ ਅੱਲਾ ਦੀ ਬੰਦਗੀ ਤੋਂ ਵੀ ਹੈ, ਕਿਉਂਕਿ ਜੇ ਅਸੀਂ ਪਰਮਾਤਮਾ ਦਾ ਨਾਮ ਲੈਣਾ ਤਾਂ ਅਸੀਂ ਪਰਮਾਤਮਾ ਦਾ ਸਿਮਰਨ ਕਰਾਂਗੇ, ਪਰਮਾਤਮਾ ਦੀ ਬੰਦਗੀ ਕਰਾਂਗੇ, ਜਿਸ ਲਈ ਸਾਨੂੰ ਅੱਖਰ ਦੀ ਜ਼ਰੂਰਤ ਹੈ। ਕੀ ਕਹਿੰਦੇ ਨੇ ਬੁੱਲੇ ਸ਼ਾਹ ਕਿ ਇਸ ਅਲਫ ਤੋਂ ਹੀ ਪਹਿਲਾਂ 2, ਫਿਰ 3, ਫਿਰ 4 ਇਨਸਾਨ ਪੈਦਾ ਹੋਏ, ਫਿਰ ਇਹ ਗਿਣਤੀ ਸੀ ਜਿਹੜੀ ਇਹ ਹਜ਼ਾਰਾਂ, ਲੱਖਾਂ ਤੇ ਕਰੋੜਾਂ ਤੱਕ ਪਹੁੰਚ ਗਈ। ਫਿਰ ਇਹ ਗਿਣਤੀ ਇੰਨੀ ਜ਼ਿਆਦਾ ਹੋ ਗਈ, ਇੰਨੀ ਅਣਗਿਣਤ ਹੋ ਗਈ ਕਿ ਇਹ ਕਿਸੇ ਗਿਣਤੀ ਵਿੱਚ ਰਹੇ ਹੀ ਨਹੀਂ। ਇੱਕ ਅਲਫ ਦਾ ਨੁਕਤਾ ਨਿਆਰਾ ਹੈ। ਇੱਕ ਅਲਫ ਦਾ ਨੁਕਤਾ ਨਿਆਰਾ ਕਿਉਂ? ਕਿਉਂਕਿ ਜਿਹੜੀ ਇਹ ਸਾਰੀ ਸਥਿਤੀ ਆ, ਇਹ ਸਾਰੀ ਅਦਵੈਤਵਾਦੀ ਸਥਿਤੀ ਹੈ, ਜਿੱਥੇ ਜਾ ਕੇ ਬੁੱਲੇ ਸ਼ਾਹ ਨੇ ਜਿਹੜੇ ਉਹ ਹਰ ਪ੍ਰਕਾਰ ਦੀਆਂ ਜਿਹੜੀਆਂ ਸ਼ਰਾਂ ਦੀਆਂ ਪਾਬੰਦੀਆਂ ਨੇ ਉਸ ਤੋਂ ਮੁਕਤ ਹੋ ਜਾਂਦੇ ਨੇ ਤੇ ਸਿਰਫ ਪਰਮਾਤਮਾ ਦੀ ਬੰਦਗੀ ਕਰਨ ਤੇ ਪਰਮਾਤਮਾ ਦੀ ਮਹਿਮਾ ਗਾਉਣ ਤੇ ਉਸਦੇ ਗੁਣ ਗਾਉਣ ਤੇ ਹੀ ਬੰਦੇ ਨੂੰ ਜ਼ੋਰ ਦਿੰਦੇ ਨੇ ਜਾਂ ਬੰਦੇ ਨੂੰ ਪ੍ਰੇਰਿਤ ਕਰਦੇ ਨੇ। ਅੱਗੇ ਜਿਹੜੀ ਸਲਾਈਡ ਹੈ ਉਸ ਵਿੱਚ ਇਸ ਦੇ ਜਿਹੜੇ ਔਖੇ ਸ਼ਬਦ ਨੇ ਉਹਨਾਂ ਦੇ ਸੌਖੇ ਅਰਥ ਦਿੱਤੇ ਗਏ ਨੇ। ਜਿਵੇਂ ਅਲਫਾ ਜਿਹੜਾ ਉਹ ਫਾਰਸੀ ਦਾ ਪਹਿਲਾ ਅੱਖਰ ਆ, ਛੁਟਕਾਰਾ ਤੋਂ ਭਾਵ ਮੁਕਤੀ ਹੈ। ਇਸ ਤਰ੍ਹਾਂ ਹੀ ਦੂਜੇ ਸ਼ਬਦ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ ਤੇ ਪੜ੍ਹ ਸਕਦੇ ਹੋ। ਅਗਲੀ ਜਿਹੜੀਆਂ ਕਾਵਿ ਸਤਰਾਂ ਹਨ ਉਹ ਇਸ ਤਰ੍ਹਾਂ ਹਨ। ਕਿਉਂ ਪੜ੍ਹਨਾ ਗੱਡ ਕਿਤਾਬਾਂ ਦੀ, ਸਿਰਚਾਈ ਪੰਡ ਅਜਾਬਾਂ ਦੀ, ਹੁਣ ਹੋਈ ਸ਼ਕਲ ਜਲਾਦਾਂ ਦੀ, ਅੱਗੇ ਪੈਂਡਾ ਮੁਸ਼ਕਲ ਭਾਰਾ ਹੈ। ਇਹਨਾਂ ਵਿੱਚ ਬੁੱਲੇ ਸ਼ਾਹ ਕਹਿੰਦੇ ਨੇ ਕਿ ਹੇ ਮਨੁੱਖ, ਤੈਨੂੰ ਆਪਣੇ ਸਿਰ ਉੱਤੇ ਕਿਤਾਬਾਂ ਦਾ ਇੰਨਾ ਵੱਡਾ ਭਾਰ ਨਹੀਂ ਚੁੱਕਣਾ ਚਾਹੀਦਾ। ਜਿਹੜਾ ਤੂੰ ਗੱਡਾ ਭਰ ਕੇ ਕਿਤਾਬਾਂ ਪੜ੍ਹਨਾ, ਤੈਨੂੰ ਆਪਣੇ ਸਿਰ 'ਤੇ ਇੰਨਾ ਬੋਝ ਨਹੀਂ ਚੁੱਕਣਾ ਚਾਹੀਦਾ, ਕਿਉਂਕਿ ਇਹਨਾਂ ਕਿਤਾਬਾਂ ਪੜ੍ਹਨ ਦਾ ਤੈਨੂੰ ਕੋਈ ਵਾਸਤਵਿਕ ਲਾਭ ਜਾਂ ਅਸਲ 'ਚ ਕੋਈ ਲਾਭ ਨਹੀਂ ਹੋਇਆ, ਕਿਉਂਕਿ ਤੈਨੂੰ ਕੋਈ ਸੱਚਾ ਗਿਆਨ ਹੀ ਹਾਸਲ ਨਹੀਂ ਹੋਇਆ ਇਹਨਾਂ ਕਿਤਾਬਾਂ ਪੜ੍ਹਨ ਦੇ ਨਾਲ। ਇਸ ਲਈ ਤੂੰ ਝੂਠੇ ਗਿਆਨ ਰੂਪੀ ਦੁੱਖਾਂ ਦੀ ਪੰਡ ਆਪਣੇ ਸਿਰ 'ਤੇ ਚੁੱਕੀ ਫਿਰਦਾ, ਜਿਸ ਕਰਕੇ ਜਿਹੜੀ ਤੇਰੀ ਸ਼ਕਲ ਆ ਉਹ ਜਲਾਦ ਵਰਗੀ ਹੋ ਗਈ ਆ। ਜਦ ਕਿ ਜਿਹੜੇ ਬੰਦੇ ਨੂੰ ਗਿਆਨ ਹੋ ਜਾਂਦਾ ਉਹ ਇਨਸਾਨ ਤੋਂ ਵੀ ਉੱਪਰਲਾ ਦਰਜਾ ਜੇ ਕੋਈ ਹੈ ਤਾਂ ਉਹਨੂੰ ਪ੍ਰਾਪਤ ਕਰ ਲੈਂਦਾ, ਤੇ ਜਿਹੜਾ ਉਹਦਾ ਗਿਆਨ ਆ ਜੋ ਉਹਨੇ ਹਾਸਲ ਕੀਤਾ ਆਪਣੀ ਮਿਹਨਤ ਦੇ ਨਾਲ ਉਹ ਉਹਦੇ ਚਿਹਰੇ 'ਤੇ ਦਿਖਾਈ ਦਿੰਦਾ। ਪਰ ਇੱਥੇ ਗੱਲ ਉਲਟੀ ਹੋ ਗਈ ਕਿ ਗਿਆਨ ਇੰਨਾ ਹਾਸਲ ਹੋ ਗਿਆ, ਪਰ ਕਿਉਂਕਿ ਉਹ ਸੱਚਾ ਗਿਆਨ ਨਹੀਂ ਹੈ, ਪੂਰੀ ਨੌਲੇਜ ਨਹੀਂ ਹੈ, ਤਾਂ ਜਿਹੜੀ ਉਹ ਸ਼ਕਲ ਆ ਉਹ ਦੇਵਤੇ ਦੀ ਥਾਂ ਜਾਂ ਕੋਈ ਵੀ ਰੂਹਾਨੀ ਜਾਂ ਨੂਰ ਕਹਿ ਲਓ, ਉਹ ਫੇਸ 'ਤੇ ਨਾ ਹੋ ਕੇ ਜਲਾਦ ਵਰਗੀ ਹੋ ਗਈ ਹੈ। ਅੱਗੇ ਪੈਂਡਾ ਮੁਸ਼ਕਲ ਭਾਰਾ ਹੈ। ਇਹ ਮਨੁੱਖ, ਤੈਨੂੰ ਇਹ ਵੀ ਸੋਚਣਾ ਚਾਹੀਦਾ ਕਿ ਜਿਹੜਾ ਇਹ ਤੂੰ ਝੂਠਾ ਗਿਆਨ ਹਾਸਲ ਕੀਤਾ ਇਹਦੇ ਨਾਲ ਤੇਰਾ ਜਿਹੜਾ ਅਗਲਾ ਸਫ਼ਰ ਆ ਜਾਂ ਅਗਲਾ ਜਨਮ ਆ, ਜਿਹੜਾ ਪਹਿਲਾਂ ਹੀ ਬਹੁਤ ਔਖਾ ਹੈ ਤੇ ਜਿਹਦਾ ਰਸਤਾ ਹੀ ਪਹਿਲਾਂ ਹੀ ਬਹੁਤ ਲੰਬਾ ਹੈ, ਉਹ ਸੁਖਾਲਾ ਨਹੀਂ ਹੋਣ ਲੱਗਿਆ। ਜੇ ਤੂੰ ਉਹਨੂੰ ਸੁਖਾਲਾ ਬਣਾਉਣਾ ਹੈ ਤਾਂ ਤੈਨੂੰ ਪ੍ਰਭੂ ਬੰਦਗੀ ਕਰਨੀ ਪੈਣੀ ਆ। ਅਗਲੀ ਸਲਾਈਡ ਵਿੱਚ ਇੱਕ ਵਾਰੀ ਫੇਰ ਤੋਂ ਔਖੇ ਸ਼ਬਦਾਂ ਦੇ ਸੌਖੇ ਅਰਥ ਦਿੱਤੇ ਗਏ ਨੇ। ਇਹਨਾਂ ਸ਼ਬਦਾਂ ਨੂੰ ਅਸੀਂ ਡਿਸਕਸ ਕਰ ਸਕਦੇ ਹਾਂ, ਪਰ ਵੀਡੀਓ ਦੀ ਜਿਹੜਾ ਵੀਡੀਓ ਦਾ ਆਕਾਰ ਦੀ ਜਿਹੜੀ ਸੀਮਾ ਹੈ ਉਹਨੂੰ ਧਿਆਨ 'ਚ ਰੱਖਦੇ ਅਸੀਂ ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗੇ। ਅਗਲਾ ਜਿਹੜਾ ਕਾਵਿ ਆ ਉਹ ਇਸ ਤਰ੍ਹਾਂ ਹੈ। ਬਣ ਹਾਫਿਜ਼ ਹਿਫਜ਼ ਕੁਰਾਨ ਕਰੇ, ਪੜ੍ਹ ਪੜ੍ਹ ਕੇ ਸਾਫ਼ ਜ਼ੁਬਾਨ ਕਰੇ, ਫਿਰ ਨਿਆਮਤ ਵਿੱਚ ਧਿਆਨ ਕਰੇ, ਮਨ ਫਿਰਦਾ ਜਿਉਂ ਹਲਕਾਰਾ ਹੈ। ਕੀ ਕਹਿੰਦੇ ਨੇ ਬੁੱਲੇ ਸ਼ਾਹ ਕਿ ਹੇ ਮਨੁੱਖ, ਤੂੰ ਹਾਫਿਜ਼ ਬਣ ਕੇ ਕੁਰਾਨ ਸ਼ਰੀਫ ਨੂੰ ਜ਼ੁਬਾਨੀ ਯਾਦ ਕਰ ਲਿਆ ਹੈ।
ਇਸ ਤਰ੍ਹਾਂ ਕਰਨ ਨਾਲ ਤੂੰ ਆਪਣੀ ਬਾਣੀ ਤਾਂ ਸ਼ੁੱਧ ਕਰ ਲਈ, ਆਪਣੀ ਜ਼ੁਬਾਨ ਤਾਂ ਸ਼ੁੱਧ ਕਰ ਲਈ ਹੈ, ਅਭਿਆਸ ਕਰਕੇ ਬਾਰ-ਬਾਰ ਕੁਰਾਨ ਸ਼ਰੀਫ ਦੇ ਨੂੰ ਪੜ੍ਹਨਾ ਤਾਂ ਤੂੰ ਸਿੱਖ ਲਿਆ, ਪਰ ਇਹਦਾ ਵੀ ਤੈਨੂੰ ਕੋਈ ਲਾਭ ਨਹੀਂ ਮਿਲਿਆ। ਫਿਰ ਨਿਆਮਤ ਵਿੱਚ ਧਿਆਨ ਕਰੇ। ਫਿਰ ਨਿਆਮਤ ਵਿੱਚ ਧਿਆਨ ਕਰੇ, ਇਸ ਦਾ ਭਾਵ ਕੀ ਹੈ? ਇਸ ਦਾ ਭਾਵ ਇਹ ਹੈ ਕਿ ਤੇਰਾ ਜਿਹੜਾ ਮਨ ਆ ਉਹ ਹਲੇ ਵੀ ਸੰਸਾਰਕ ਜਿਹੜੀਆਂ ਚੀਜ਼ਾਂ ਨੇ ਉਹਨਾਂ ਵਿੱਚ ਲੱਗਿਆ ਹੋਇਆ ਹੈ। ਤੂੰ ਹਰ ਸਮੇਂ ਉਹਨਾਂ ਚੀਜ਼ਾਂ ਬਾਰੇ ਹੀ ਸੋਚਦਾ ਹੈ ਕਿ ਉਹਨਾਂ ਚੀਜ਼ਾਂ ਨੂੰ ਤੂੰ ਕਿਵੇਂ ਹਾਸਿਲ ਕਰ ਸਕਦਾ ਹੈ। ਮਨ ਫਿਰਦਾ ਜਿਉਂ ਹਲਕਾਰਾ ਹੈ। ਅਸਲ ਵਿੱਚ ਤੇਰਾ ਮਨ ਤਾਂ ਡਾਕੀ ਦੀ ਤਰ੍ਹਾਂ ਬੇਚੈਨ ਰਹਿੰਦਾ ਹੈ, ਦਰ ਦਰ 'ਤੇ ਭੱਜਿਆ ਫਿਰਦਾ ਹੈ, ਜਦ ਕਿ ਤੈਨੂੰ ਸਕੂਨ ਦੀ ਲੋੜ ਹੈ, ਜਿਹੜਾ ਕਿ ਤੈਨੂੰ ਕਿਤੋਂ ਵੀ ਹਾਸਿਲ ਨਹੀਂ ਹੁੰਦਾ। ਇੱਥੋਂ ਤੱਕ ਕਿ ਕੁਰਾਨ ਸ਼ਰੀਫ ਨੂੰ ਜ਼ਬਾਨੀ ਯਾਦ ਕਰਨ ਨਾਲ ਵੀ ਤੈਨੂੰ ਸਕੂਨ ਦਾ ਮਨ ਦੀ ਸ਼ਾਂਤੀ ਹਾਸਿਲ ਨਹੀਂ ਹੁੰਦੀ। ਅਗਲੀ ਸਲਾਈਡ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਚਾਈਆਂ ਦਾ ਮਤਲਬ ਚੁੱਕੀ ਹੋਈ, ਅਜ਼ਾਬਾਂ ਦਾ ਮਤਲਬ ਦੁੱਖ, ਪੈਂਡਾ ਦਾ ਮਤਲਬ ਪੰਧ ਜਾਂ ਰਸਤਾ, ਹਾਫਿਜ਼ ਜਿਸ ਨੂੰ ਕੁਰਾਨ ਸ਼ਰੀਫ ਜ਼ਬਾਨੀ ਯਾਦ ਹੋਵੇ, ਹਿਫਜ਼ ਦਾ ਮਤਲਬ ਕੀ ਹੈ? ਜ਼ੁਬਾਨੀ ਯਾਦ। ਇਸ ਤਰ੍ਹਾਂ ਹੀ ਦੂਜੇ ਜਿਹੜੇ ਸ਼ਬਦ ਨੇ ਉਹਨਾਂ ਦੇ ਅਰਥ ਆਪਾਂ ਦੇਖ ਸਕਦੇ ਹਾਂ ਅਤੇ ਉਹਨਾਂ ਨੂੰ ਇਸ ਕਾਫੀ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਅਗਲਾ ਜਿਹੜਾ ਬੰਦ ਹੈ ਉਹ ਵੀ ਬੜਾ ਮਹੱਤਵਪੂਰਨ ਹੈ। ਇਸ ਦੀਆਂ ਸਤਰਾਂ ਇਸ ਤਰ੍ਹਾਂ ਹਨ। ਬੁੱਲਾ ਵੀ ਬੋਹੜ ਦਾ ਬੋਇਆ ਸੀ, ਉਹ ਵਿਰਸ਼ ਵੱਡਾ ਚਾ ਹੋਇਆ ਸੀ, ਜਦ ਬਿਰਸ਼ ਉਹ ਫਾਨੀ ਹੋਇਆ ਸੀ, ਫਿਰ ਰਹਿ ਗਿਆ ਵੀ ਅਕਾਰਾ ਹੈ। ਕੀ ਕਹਿੰਦੇ ਨੇ ਬੁੱਲੇ ਸ਼ਾਹ ਕਿ ਅਸਲ ਵਿੱਚ ਜਿਹੜੀਆਂ ਇਹ ਪੰਕਤੀਆਂ ਨੇ ਉਹ ਇਸ ਕਾਫੀ ਦੀਆਂ ਅੰਤਲੀਆਂ ਪੰਕਤੀਆਂ ਨੇ। ਬੁੱਲੇ ਸ਼ਾਹ ਕਹਿੰਦੇ ਨੇ ਕਿ ਪਰਮਾਤਮਾ ਨੇ ਸੰਸਾਰ ਰੂਪੀ ਬੋਹੜ ਦਾ ਬੀਜ ਬੀਜਿਆ ਸੀ। ਜਦ ਇਹ ਬੀਜ ਉੱਗ ਕੇ ਬਹੁਤ ਵੱਡਾ ਹੋ ਗਿਆ ਅਤੇ ਵਿਸ਼ਾਲ ਰੂਪ ਧਾਰਨ ਕਰ ਗਿਆ। ਅੱਗੇ ਬੁੱਲੇ ਸ਼ਾਹ ਲਿਖਦੇ ਨੇ ਕਿ ਜਦ ਇਹ ਵਿਰਸ਼ ਫਾਨੀ ਹੋਇਆ ਸੀ ਤਾਂ ਵੀ ਇਹਦਾ ਜਿਹੜਾ ਬੀਜ ਸੀ ਉਹ ਬਾਕੀ ਬਚਿਆ ਰਿਹਾ। ਭਾਵ ਬਿਰਖ ਰੂਪੀ ਸੰਸਾਰ ਦੇ ਜੀਵਾਂ ਨੇ ਵੀ ਇੱਕ ਦਿਨ ਮਰ ਜਾਣਾ, ਪਰ ਬੀਜ ਦੀ ਉਪਮਾ ਆਤਮਾ ਨਾਲ ਦਿੰਦੇ ਹੋਏ ਕਵੀ ਕਹਿੰਦਾ ਹੈ ਕਿ ਇਹ ਬੀਜ ਅਮਰ ਹੈ। ਜਿਸ ਤਰ੍ਹਾਂ ਆਤਮਾ ਨਹੀਂ ਮਰਦੀ, ਸਿਰਫ ਸਰੀਰ ਦੀ ਹੀ ਮੌਤ ਹੁੰਦੀ ਹੈ, ਉਸੇ ਤਰ੍ਹਾਂ ਬੀਜ ਵੀ ਨਹੀਂ ਮਰਦਾ। ਸਗੋਂ ਇਹ ਜਿੱਥੇ ਡਿੱਗਦਾ ਹੈ, ਜਿਸ ਥਾਂ 'ਤੇ ਵੀ ਇਹ ਡਿੱਗ ਜਾਂਦਾ, ਉੱਥੇ ਹੀ ਇਹ ਇੱਕ ਰੁੱਖ ਬਣ ਕੇ, ਬੋਹੜ ਬਣ ਕੇ, ਇੱਕ ਬਿਰਛ ਬਣ ਕੇ ਦੁਬਾਰਾ ਪੈਦਾ ਹੋ ਜਾਂਦਾ ਹੈ। ਇਹ ਸਿਰਫ ਖਾਸੀਅਤ ਇੱਕ ਬੀਜ ਦੀ ਹੈ ਤੇ ਆਤਮਾ ਦੀ ਹੈ। ਸਰੀਰ ਦੀ ਮੌਤ ਤੋਂ ਬਾਅਦ ਆਤਮਾ ਵੀ ਜਿਸ ਤਰ੍ਹਾਂ ਚੋਲਾ ਬਦਲ ਲੈਂਦੀ ਹੈ, ਸਰੀਰ ਬਦਲ ਲੈਂਦੀ ਹੈ, ਪਰ ਕਦੇ ਵੀ ਮਰਦੀ ਨਹੀਂ, ਕਿਉਂਕਿ ਆਤਮਾ ਨਾਸ਼ਵਾਨ ਨਹੀਂ ਹੈ। ਇਸੇ ਤਰੀਕੇ ਨਾਲ ਸੇਮ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਇੱਕ ਰੁੱਖ ਦਾ ਜਿਹੜਾ ਬੀਜ ਆ ਉਹ ਵੀ ਕਦੇ ਵੀ ਨਹੀਂ ਮਰਦਾ। ਅਗਲੀ ਸਲਾਈਡ ਵਿੱਚ ਦੁਬਾਰਾ ਤੋਂ ਔਖੇ ਸ਼ਬਦਾਂ ਦੇ ਸੌਖੇ ਅਰਥ ਦਿੱਤੇ ਗਏ ਨੇ, ਜਿਨ੍ਹਾਂ ਨੂੰ ਆਪਾਂ ਦੇਖ ਸਕਦੇ ਹਾਂ। ਸਾਡੀ ਅਖੀਰਲੀ ਜਿਹੜੀ ਕਾਫੀ ਹੈ ਉਸ ਦਾ ਨਾਮ ਹੈ ਤੌਬਾ ਨਾ ਕਰ ਯਾਰ। ਤੌਬਾ ਤੋਂ ਭਾਵ ਪਛਤਾਵੇ ਤੋਂ ਹੈ। ਪਛਤਾਵਾ ਕਿਸ ਚੀਜ਼ ਦਾ ਹੈ ਉਹ ਅਸੀਂ ਦੇਖਦੇ ਹਾਂ। ਤੌਬਾ ਨਾ ਕਰ ਯਾਰ ਕੈਸੀ ਤੌਬਾ ਹੈ, ਨਿਤ ਪੜ੍ਹਦੇ ਇਸਤਗਫਾਰ ਕੈਸੀ ਤੌਬਾ ਹੈ। ਸਾਵੇਂ ਦੇ ਕੇ ਲਏ ਸਵਾਈ, ਡਿਊੜਿਆਂ ਉੱਤੇ ਬਾਜ਼ੀ ਲਾਈ, ਇਹ ਮੁਸਲਮਾਨੀ ਕਿੱਥੋਂ ਪਾਈ, ਇਹ ਤੁਹਾਡੀ ਕਿਰਦਾਰ ਕੈਸੀ ਤੌਬਾ ਹੈ। ਕੀ ਕਹਿੰਦੇ ਨੇ ਬੁੱਲੇ ਸ਼ਾਹ ਕਿ ਹੇ ਮਨੁੱਖ, ਜਿਹੜੀ ਤੂੰ ਇਹ ਤੌਬਾ ਕਰ ਰਹੇ ਹੈ, ਇਹ ਤੌਬਾ ਤੂੰ ਨਾ ਕਰ, ਕਿਉਂਕਿ ਇਹ ਅਸਲ 'ਚ ਤੇਰੀ ਕਿਉਂਕਿ ਅਸਲ ਵਿੱਚ ਇਹ ਤੇਰੀ ਇੱਕ ਅਜਿਹੀ ਪ੍ਰਵਿਰਤੀ ਹੈ ਜਿਸ ਕਰਕੇ ਤੂੰ ਸਿਰਫ ਪਛਤਾਵਾ ਤਾਂ ਕਰ ਰਿਹਾ ਹੈ ਪਰ ਜ਼ੁਬਾਨ ਤੋਂ ਕਰ ਰਿਹਾ, ਪਛਤਾਪ ਤਾਂ ਕਰ ਰਿਹਾ ਪਰ ਜ਼ੁਬਾਨ ਤੋਂ ਕਰ ਰਿਹਾ, ਲੋਕਾਚਾਰੀ ਕਰ ਰਿਹਾ, ਦਿਲੋਂ ਨਹੀਂ ਕਰ ਰਿਹਾ। ਕਿਉਂਕਿ ਪਰਮਾਤਮਾ ਜਿਹੜਾ, ਉਸ ਨੂੰ ਤਾਂ ਇਸ ਗੱਲ ਦੀ ਪੂਰੀ ਸੋਝੀ ਹੈ
ਕਿ ਕਿਹੜਾ ਮਨੁੱਖ ਹੈ ਜਿਹੜਾ ਜ਼ੁਬਾਨ ਤੋਂ ਕਰ ਰਿਹਾ ਜਾਂ ਕਿਹੜਾ ਦਿਲ ਤੋਂ ਕਰ ਰਿਹਾ ਹੈ। ਬੁੱਲੇ ਸ਼ਾਹ ਕਹਿੰਦੇ ਨੇ ਕਿ ਇੱਕ ਪਾਸੇ ਤਾਂ ਤੂੰ ਰੱਬ ਕੋਲੋਂ ਆਪਣੇ ਪਾਪਾਂ ਲਈ ਖਿਮਾ ਮੰਗ ਰਿਹਾ, ਮਾਫੀ ਮੰਗ ਰਿਹਾ, ਤੇ ਦੂਜੇ ਪਾਸੇ ਪਹਿਲਾਂ ਨਾਲੋਂ ਵੀ ਜਿਹੜੇ ਪਾਪ ਨੇ ਉਹ ਡਿਊਡੇ ਪਾਪ, ਉਸ ਤੋਂ ਵੀ ਜ਼ਿਆਦਾ ਪਾਪ ਕਮਾ ਰਹੇ ਹੈ। ਸਾਵੀ ਦੇ ਕੇ ਲਏ ਸਵਾਈ, ਡਿਊੜਿਆਂ ਉੱਤੇ ਬਾਜ਼ੀ ਲਾਈ, ਇਹ ਮੁਸਲਮਾਨੀ ਕਿੱਥੋਂ ਪਾਈ, ਇਹ ਤੁਹਾਡੀ ਕਿਰਦਾਰ ਕੈਸੀ ਤੌਬਾ ਹੈ। ਜਿਹੜਾ ਇਹ ਮੁਸਲਮਾਨ ਹੋ ਕੇ ਵੀ ਤੂੰ ਜਿਹੜਾ ਇਹ ਕਿਰਦਾਰ ਆ ਕਿ ਦੂਜਿਆਂ ਤੋਂ ਸੂਦ ਲੈਣਾ ਤੇ ਆਪਣਾ ਘਰ ਭਰਨਾ, ਇਹ ਤੂੰ ਕਿੱਥੋਂ ਸਿੱਖਿਆ? ਕਿਸ ਨੇ ਤੈਨੂੰ ਇਹੋ ਜਿਹਾ ਗਿਆਨ ਦਿੱਤਾ ਕਿ ਤੇਰਾ ਇਸ ਤਰ੍ਹਾਂ ਦਾ ਕਿਰਦਾਰ ਜਾਂ ਚਰਿੱਤਰ ਜਾਂ ਕਰੈਕਟਰ ਬਣ ਗਿਆ ਕਿ ਤੂੰ ਦੂਜਿਆਂ ਤੋਂ ਸਾਵੀ ਉਹਨਾਂ ਨੂੰ ਦਿੰਦਾ ਤੇ ਉਹਨਾਂ ਤੋਂ ਸਵਾਈ ਲੈਂਦਾ? ਇਹ ਜਿਹੜਾ ਕਿਰਦਾਰ ਆ ਇਹ ਸਮਝ ਤੋਂ ਬਾਹਰ ਆ। ਇਸ ਲਈ ਤੂੰ ਝੂਠੀ ਤੌਬਾ ਨਾ ਕਰ। ਜੇ ਤੂੰ ਕਰਨੀ ਹੈ ਤਾਂ ਸਿਰਫ ਤੇ ਸਿਰਫ ਸੱਚੀ ਤੌਬਾ ਕਰ, ਸੱਚਾ ਪਛਤਾਵਾ ਕਰ, ਕਿਉਂਕਿ ਅੱਲਾ ਸਭ ਕੁਝ ਜਾਣਦਾ। ਅੱਗੇ ਔਖੇ ਸ਼ਬਦਾਂ ਦੇ ਸੌਖੇ ਅਰਥ ਨੇ। ਪਹਿਲਾ ਹੀ ਜਿਹੜਾ ਸ਼ਬਦ ਆ ਜਿਹੜਾ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ, ਇਸਤਗਫਾਰ, ਇਸ ਦਾ ਭਾਵ ਹੈ ਰੱਬ ਤੋਂ ਖਿਮਾ ਮੰਗਣੀ। ਸਾਵੀ ਦਾ ਮਤਲਬ ਬਰਾਬਰ। ਅੱਗੇ ਇਸ ਤਰ੍ਹਾਂ ਹੀ ਹੋਰ ਸ਼ਬਦ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ ਤੇ ਪੜ੍ਹ ਸਕਦੇ ਹੋ। ਅਗਲੀ ਸਲਾਈਡ ਵਿੱਚ ਜਿਹੜਾ ਕਾਵਿ ਬਣਦਾ ਉਹ ਇਸ ਤਰ੍ਹਾਂ ਹੈ। ਜਿੱਥੇ ਨਾ ਜਾਣਾ ਤੂੰ ਉੱਥੇ ਜਾਏ, ਹੱਕ ਬਗਾਨਾ ਮੁੱਕਰ ਖਾਏ, ਕੂੜ ਕਿਤਾਬਾਂ ਸਿਰ ਤੇ ਚਾਏ, ਇਹ ਤੇਰਾ ਇਤਬਾਰ ਕੈਸੀ ਤੌਬਾ ਹੈ। ਜਿੱਥੇ ਤੈਨੂੰ ਨਹੀਂ ਜਾਣਾ ਚਾਹੀਦਾ, ਜਿੱਥੋਂ ਤੈਨੂੰ ਰੋਕਿਆ ਜਾਂਦਾ ਹੈ ਕਿ ਉਹ ਥਾਂ ਚੰਗੀ ਨਹੀਂ ਹੈ, ਤੈਨੂੰ ਉੱਥੇ ਨਹੀਂ ਜਾਣਾ ਚਾਹੀਦਾ, ਉੱਥੇ ਤੂੰ ਜਾਣਾ ਹੈ। ਦੂਜਿਆਂ ਦੇ ਹੱਕ ਨੇ ਜਿਹੜੇ, ਦੂਜਿਆਂ ਦੇ ਜਿਹੜੇ ਅਧਿਕਾਰ ਨੇ, ਉਹਨਾਂ 'ਤੇ ਤੂੰ ਡਾਕਾ ਮਾਰਦਾ, ਉਹਨਾਂ 'ਤੇ ਤੂੰ ਆਪਣਾ ਕਬਜ਼ਾ ਕਰਦਾ। ਅਤੇ ਜਦੋਂ ਇਸ ਬਾਬਤ ਤੈਨੂੰ ਪੁੱਛਿਆ ਜਾਂਦਾ ਤਾਂ ਤੂੰ ਸਾਫ਼ ਇਨਕਾਰ ਕਰ ਦਿੰਦਾ, ਤੂੰ ਸਾਫ਼ ਮੁੱਕਰ ਜਾਂਦਾ। ਹੇ ਮਨੁੱਖ, ਇਹ ਝੂਠ ਦੀਆਂ ਕਿਤਾਬਾਂ, ਕੂੜ ਤੋਂ ਭਾਵ ਝੂਠ, ਇਹ ਝੂਠ ਦੀਆਂ ਕਿਤਾਬਾਂ ਤੂੰ ਸਿਰ 'ਤੇ ਖੁਸ਼ੀ ਚੱਕੀ ਫਿਰਦਾ, ਅਤੇ ਅੱਗੋਂ ਤੂੰ ਜਿਹੜਾ ਲੋਕਾਂ ਤੋਂ ਉਮੀਦ ਕਰਦਾ ਕਿ ਤੇਰਾ ਇਤਬਾਰ ਕਰਿਆ ਜਾਵੇ, ਤੇਰਾ ਭਰੋਸਾ ਕਰਿਆ ਜਾਵੇ। ਤੇਰਾ ਇਤਬਾਰ ਜਾਂ ਭਰੋਸਾ ਦੂਜੇ ਜਿਹੜੇ ਲੋਕ ਨੇ ਉਹ ਕਿਸ ਤਰ੍ਹਾਂ ਕਰ ਲੈਣਗੇ? ਕੈਸੀ ਤੌਬਾ ਹੈ। ਇਸ ਲਈ ਝੂਠੀ ਜਾਂ ਜ਼ਬਾਨੀ ਤੌਬਾ ਜਾਂ ਪਛਤਾਵਾ ਕਰਨ ਨਾਲੋਂ ਸੱਚੇ ਦਿਲ ਨਾਲ ਪਛਤਾਵਾ ਕਰ। ਅਗਲੀ ਸਲਾਈਡ ਵਿੱਚ ਇਸ ਕਾਫੀ ਦੇ ਜਿਹੜੇ ਔਖੇ ਸ਼ਬਦ ਨੇ ਉਹਨਾਂ ਦੇ ਸੌਖੇ ਅਰਥ ਦਿੱਤੇ ਗਏ ਨੇ। ਜਿਵੇਂ ਇਤਬਾਰ ਦਾ ਭਾਵ ਹੈ ਵਿਸ਼ਵਾਸ, ਖੌਫ ਖੁਦਾ ਰੱਬ ਦਾ ਡਰ, ਗਫਾਰ ਬਖਸ਼ਣ ਵਾਲੇ। ਅੱਗੇ ਆਉਣਗੇ ਹਕਾਇਤ ਮੀਨਸ ਕਹਾਣੀ, ਹਾਦੀ ਮੀਨਸ ਸਿੱਖਿਆ ਦੇਣ ਵਾਲਾ, ਤੇ ਹਦਾਇਤ ਸਿੱਖਿਆ। ਮੂੰਹੋਂ ਤੌਬਾ ਦਿਲੋਂ ਨਾ ਕਰਦਾ, ਨਾ ਹੀ ਖੌਫ ਖੁਦਾ ਦਾ ਧਰਦਾ, ਇਸ ਤੌਬਾ ਥੀ ਤੌਬਾ ਕਰੀਏ ਤਾਂ ਬਖਸ਼ੇ ਗਫਾਰ ਕੈਸੀ ਤੌਬਾ। ਇਸ ਵਿੱਚ ਬੁੱਲੇ ਸ਼ਾਹ ਕਹਿੰਦੇ ਨੇ ਕਿ ਹੇ ਮਨੁੱਖ, ਤੂੰ ਆਪਣੇ ਮੂੰਹ ਤੋਂ ਤਾਂ ਤੌਬਾ ਕਰਦਾ ਹੈ ਪਰ ਦਿਲੋਂ ਨਹੀਂ। ਨਾ ਹੀ ਤੈਨੂੰ ਪਰਮਾਤਮਾ ਦਾ ਡਰ ਹੈ ਕਿ ਪਰਮਾਤਮਾ ਤੈਨੂੰ ਦੇਖ ਰਿਹਾ ਤੇ ਤੇਰੇ ਕੰਮਾਂ ਦਾ, ਜਿਹੜੇ ਮਾੜੇ ਕੰਮ ਨੇ, ਜਿਹੜੇ ਤੇਰੇ ਪਾਪ ਨੇ, ਉਹਨਾਂ ਦਾ ਹਿਸਾਬ ਕਿਤਾਬ ਦਾ ਜਿਹੜਾ ਪੂਰਾ ਲੇਖਾ ਜੋਖਾ ਉਹ ਰੱਖ ਰਿਹਾ, ਅਤੇ ਇਸ ਲਈ ਤੈਨੂੰ ਸਜ਼ਾ ਵੀ ਮਿਲ ਸਕਦੀ ਹੈ। ਤੈਨੂੰ ਕਿਸੇ ਕਿਸਮ ਦਾ ਡਰ ਨਹੀਂ ਹੈ, ਖਾਸ ਕਰਕੇ ਪਰਮਾਤਮਾ ਦਾ ਵੀ। ਜੇਕਰ ਤੂੰ ਝੂਠੀ ਤੌਬਾ ਦੀ ਥਾਂ ਸੱਚੇ ਦਿਲੋਂ ਤੌਬਾ ਕਰੇ ਤਾਂ ਹੋ ਸਕਦਾ ਹੈ ਕਿ ਗਫਾਰ ਯਾਨੀ ਪਰਮਾਤਮਾ ਤੈਨੂੰ ਬਖਸ਼ ਦੇਵੇ। ਪਰ ਫਿਰ ਤੂੰ ਉਹੀ ਉਸੇ ਗੱਲ ਨੂੰ ਬਾਰ-ਬਾਰ ਦੁਹਰਾਉਣਾ ਕਿ ਕੋਈ ਪਾਪ ਕਰਦਾ, ਜ਼ਬਾਨੀ ਉਸ ਲਈ ਮੁਆਫ਼ੀ ਮੰਗਦਾ ਪਰ ਦਿਲੋਂ ਉਸ ਚੀਜ਼ ਤੋਂ ਤੌਬਾ ਨਹੀਂ ਕਰਦਾ, ਦਿਲੋਂ ਉਸ ਚੀਜ਼ ਦਾ ਪਛਤਾਵਾ ਨਹੀਂ ਕਰਦਾ ਕਿ ਤੇਰੇ ਤੋਂ ਕੋਈ ਪਾਪ ਹੋ ਗਿਆ ਹੈ। ਅਗਲੀ ਸਲਾਈਡ ਵਿੱਚ ਔਖੇ ਸ਼ਬਦਾਂ ਦੇ ਸੌਖੇ ਅਰਥ ਨੇ। ਇਸ ਕਾਫੀ ਦਾ ਜਿਹੜਾ ਅੰਤਲਾ ਕਾਵਿ ਬਣਦਾ ਉਹ ਕੁਝ ਇਸ ਤਰ੍ਹਾਂ। ਬੁੱਲੇ ਸ਼ਾਹ ਦੀ ਸੁਣੋ ਹਕਾਇਤ, ਹਾਦੀ ਪਕੜਿਆ ਹੋਗ ਹਦਾਇਤ, ਮੇਰਾ ਮੁਰਸ਼ਦ ਸ਼ਾਹ ਇਨਾਇਤ, ਉਹ ਲੰਘਾਏ ਪਾਰ ਕੈਸੀ ਤੌਬਾ। ਕੀ ਕਹਿੰਦੇ ਨੇ ਬੁੱਲੇ ਸ਼ਾਹ
ਕਿ ਇਹ ਮਨੁੱਖ ਜੇ ਕਿਸੇ ਨੇ ਆਪਣੀ ਜ਼ਿੰਦਗੀ ਨੂੰ ਇੱਕ ਸਹੀ ਦਿਸ਼ਾ ਦੇਣੀ ਹੈ, ਇੱਕ ਸਹੀ ਸਿੱਖਿਆ ਦੇਣੀ ਹੈ, ਤਾਂ ਉਸ ਦੀ ਗੱਲ ਬੜੇ ਧਿਆਨ ਨਾਲ ਸੁਣੋ, ਕਿਉਂਕਿ ਉਸ ਕੋਲ ਉਸ ਦਾ ਗੁਰੂ ਸ਼ਾਹ ਇਨਾਇਤ ਹੈ। ਮੁਰਸ਼ਿਦ ਦਾ ਭਾਵ ਗੁਰੂ, ਤੇ ਬੁੱਲੇ ਸ਼ਾਹ ਦੇ ਗੁਰੂ ਦਾ ਨਾਮ ਸ਼ਾਹ ਇਨਾਇਤ ਸੀ, ਜਿਸ ਨੂੰ ਬੁੱਲੇ ਸ਼ਾਹ ਜੀ ਬਹੁਤ ਮੰਨਦੇ ਸਨ। ਉਹ ਲੰਘਾਏ ਪਾਰ ਕੈਸੀ ਤੌਬਾ ਹੈ। ਜਿਹੜੇ ਜੇ ਕਿਸੇ ਬੰਦੇ ਨੇ ਇਹ ਜਿਹੜਾ ਸੰਸਾਰ ਰੂਪੀ ਜਿਹੜਾ ਇਹ ਭਵ ਸਾਗਰ ਹੈ, ਜੇ ਉਸ ਨੂੰ ਪਾਰ ਕਰਕੇ ਜਾਣਾ ਹੈ, ਤਾਂ ਉਸ ਨੂੰ ਸਹੀ ਸਿੱਖਿਆ ਹੋਣੀ ਚਾਹੀਦੀ ਹੈ, ਅਤੇ ਸਹੀ ਸਿੱਖਿਆ ਸਿਰਫ ਸੱਚਾ ਗੁਰੂ ਹੀ ਦੇ ਸਕਦਾ ਹੈ। ਅਤੇ ਬੁੱਲੇ ਸ਼ਾਹ ਕਹਿੰਦੇ ਨੇ ਕਿ ਉਹਨਾਂ ਕੋਲ ਸ਼ਾਹ ਇਨਾਇਤ ਇੱਕ ਗੁਰੂ ਦੇ ਰੂਪ ਵਿੱਚ ਉਹਨਾਂ ਨੂੰ ਸਿੱਖਿਆ ਦੇਣ ਲਈ ਹਮੇਸ਼ਾ ਖੜੇ ਨੇ ਉਹਨਾਂ ਦੇ ਨਾਲ। ਅਤੇ ਜੇ ਕਿਸੇ ਹੋਰ ਨੇ ਵੀ ਸੱਚੀ ਸਿੱਖਿਆ ਲੈ ਕੇ ਆਪਣੇ ਜੀਵਨ ਦੀ ਦਿਸ਼ਾ ਅਤੇ ਦਸ਼ਾ ਨੂੰ ਬਦਲਣਾ ਹੈ, ਤਾਂ ਉਹ ਉਹਨਾਂ ਦੇ ਨਾਲ ਆਉਣ। ਪਰ ਇਸ ਲਈ ਉਹਨਾਂ ਨੂੰ ਕਰਨਾ ਕੀ ਪਏਗਾ ਕਿ ਜੋ ਵੀ ਉਹਨਾਂ ਤੋਂ ਪਹਿਲਾਂ ਮਾੜੇ ਕੰਮ ਹੋਏ ਨੇ, ਪਾਪ ਹੋਏ ਨੇ, ਜਿਹੜੀਆਂ ਗਲਤੀਆਂ ਹੋਈਆਂ, ਉਹਨਾਂ ਦਾ ਉਹਨਾਂ ਨੂੰ ਦਿਲੋਂ ਪਛਤਾਵਾ ਕਰਨਾ ਪੈਣਾ, ਅਤੇ ਦਿਲੋਂ ਉਸ ਦੇ ਲਈ ਖਿਮਾ ਮੰਗਣੀ ਪੈਣੀ ਹੈ। ਪਿਆਰੇ ਵਿਦਿਆਰਥੀਓ, ਉਮੀਦ ਹੈ ਕਿ ਬੁੱਲੇ ਸ਼ਾਹ ਦੀਆਂ ਜਿਹੜੀਆਂ ਇਹ ਕਾਫੀਆਂ ਨੇ, ਜਿਹੜੀਆਂ 3 ਕਾਫੀਆਂ ਨੇ, ਇਹਨਾਂ ਨੂੰ ਸਮਝਣ ਵਿੱਚ ਜਿਹੜਾ ਇਹ ਲੈਕਚਰ ਆ ਇਹ ਤੁਹਾਡੇ ਲਈ ਸਹਾਇਕ ਸਿੱਧ ਹੋਏਗਾ, ਤੁਹਾਡੇ ਲਈ ਪੂਰੀ ਤਰ੍ਹਾਂ ਫਾਇਦੇਮੰਦ ਹੋਵੇਗਾ। ਅਤੇ ਅਗਲੇ ਲੈਕਚਰ ਵਿੱਚ ਆਪਾਂ ਜੋ ਅਗਲੇ ਜਿਹੜੇ ਵਿਸ਼ੇ ਨੇ ਉਹਨਾਂ ਨੂੰ ਕਵਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਅਤੇ ਤੁਹਾਡਾ ਸਾਰਿਆਂ ਦਾ ਬਹੁਤ